ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਗਗਨਦੀਪ ਸਿੰਘ। ਬੰਗਾਲ ਦੀਆਂ ਚੋਣਾਂ ਤੋਂ ਬਾਅਦ ਬਹੁਤ ਸਾਰੀਆਂ ਕਿਆਸਰੀਆਂ ਲਾਈਆਂ ਜਾ ਰਹੀਆਂ ਨੇ, ਕਿਉਂਕਿ ਗੋਪਾਲ ਕ੍ਰਿਸ਼ਨਾ ਗੋਖਲੇ ਉਹਨਾਂ ਨੇ ਕਿਹਾ ਸੀ ਵਾਟ ਬੰਗਾਲ ਥਿੰਕਸ ਟੂਡੇ ਇੰਡੀਆ ਥਿੰਕਸ ਟੂਮੋਰੋ। ਤਾਂ ਇੰਡੀਆ ਹੁਣ ਕੀ ਸੋਚ ਰਿਹਾ ਹੈ? ਹਾਲਾਂਕਿ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਜੋ ਜਿੱਤ ਹੋਈ ਹੈ, ਉਸ ਤੋਂ ਬਾਅਦ ਪੰਜਾਬੀ ਬਹੁਤ ਜਸ਼ਨ ਮਨਾ ਰਹੇ ਨੇ। ਤਾਂ ਖਾਸ ਤੌਰ ਦੇ ਉੱਤੇ ਇਸ ਜਿੱਤ ਦਾ ਪੰਜਾਬ ਦੇ ਉੱਤੇ ਕੀ ਅਸਰ ਪਵੇਗਾ ਔਰ ਭਾਰਤ ਦੇ ਉੱਤੇ ਇਸ ਦਾ ਕਿਹੋ ਜਿਹਾ ਅਸਰ ਵੇਖਣ ਨੂੰ ਮਿਲੇਗਾ, ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ ਲਾਈਵ ਜੁੜ ਚੁੱਕੇ ਨੇ। ਸਰ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਟੀਵੀ ਪੰਜਾਬ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਰ, ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਵਾਟ ਬੰਗਾਲ ਥਿੰਕਸ ਟੂਡੇ ਇੰਡੀਆ ਥਿੰਕਸ ਟੂਮੋਰੋ, ਕੀ ਲੱਗਦਾ ਹੈ ਇਹ ਜਿੱਤ ਤੋਂ ਬਾਅਦ ਇੰਡੀਆ ਕੀ ਸੋਚ ਰਿਹਾ ਹੈ? ਪਹਿਲਾਂ ਤਾਂ ਮੈਂ ਜਿਹੜਾ ਇਹ ਕੋਟ ਹੈ, ਇੱਕ ਮਿੰਟ ਇਹਦੇ ਬਾਰੇ ਹੀ ਗੱਲ ਕਰੂੰਗਾ। ਮੇਰੇ ਖਿਆਲ 'ਚ ਉਹਨਾਂ ਦਾ ਜਿਹੜਾ ਇਹ ਕੋਟ ਸੀ ਉਹ ਸੀ ਸੰਦਰਭ ਹਿੰਦੁਸਤਾਨ ਦੇ ਫਰੀडम ਸਟਰਗਲ ਦਾ। ਜੀ, ਅਕਸਰ ਇਹ ਕਿਹਾ ਜਾਂਦਾ ਹੈ ਕਿ ਫਰੀडम ਸਟਰਗਲ ਬੰਗਾਲ ਦੇ ਵਿੱਚ ਪਹਿਲਾਂ ਸ਼ੁਰੂ ਹੋਈ ਸੀ। ਬਿਲਕੁਲ। ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਜਿਹੜੇ ਹਿਸਟਰੀ ਹੈ, ਜਿਹੜੇ ਉਹਦੇ ਤੱਥ ਹੈਗੇ ਹੈ, ਉਹ ਹੋਰ ਤਰ੍ਹਾਂ ਦੇ ਹੈਗੇ ਆ। ਮੇਰੇ ਕੋਲ ਜੋ ਸਾਰਿਆਂ ਕੋਲ ਤੱਥ ਹੈਗੇ, ਉਹ ਜਿਹੜੀ ਪੰਜਾਬ ਦੀ ਫਰੀडम ਸਟਰਗਲ ਹੈ ਹਿੰਦੁਸਤਾਨ ਦੀ, ਉਹ ਪੰਜਾਬ ਤੋਂ ਸ਼ੁਰੂ ਹੁੰਦੀ ਹੈ 1849 'ਚ। ਜੀ, ਭਾਈ ਮਹਾਰਾਜ ਸਿੰਘ ਹਿੰਦੁਸਤਾਨ ਦੇ ਪਹਿਲੇ ਫਰੀडम ਫਾਈਟਰ ਸੀ। ਸੋ ਆਪਾਂ ਪਹਿਲਾਂ ਤਾਂ ਇੱਥੋਂ ਹੀ ਇਹ ਜਿਹੜਾ ਹੈ ਨੈਰੇਟਿਵ ਕਿ ਬੰਗਾਲ ਜੋ ਪਹਿਲਾਂ ਕਰਦਾ ਹੈ, ਬਾਕੀ ਹਿੰਦੁਸਤਾਨ ਬਾਅਦ 'ਚ ਕਰਦਾ ਹੈ। ਮੇਰੇ ਖਿਆਲ ਪੰਜਾਬ ਲਗਾਤਾਰ ਹੀ ਲੀਡ ਲੈਂਦਾ ਰਿਹਾ। ਤਾਂ ਹੁਣ ਆਪਾਂ ਗੱਲ ਕਰੀਏ ਤਾਂ ਏਦਾਂ ਹੋਣਾ ਚਾਹੀਦਾ ਵਾਟ ਪੰਜਾਬ ਟੁਡੇ ਇੰਡੀਆ ਥਿੰਕਸ ਟੂਮੋਰੋ। ਯੈਸ, ਬਿਲਕੁਲ। ਜਿਹੜੇ ਤੁਸੀਂ 47 ਤੋਂ ਬਾਅਦ ਵੀ ਨੈਰੇਟਿਵ ਲੈ ਲਓ ਤੇ ਤੁਹਾਨੂੰ ਖਾਸ ਕਰਕੇ ਐਗਰੀਕਲਚਰ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਏਗਾ। ਜੀ। ਤੇ ਆਪਾਂ ਹੁਣ ਗੱਲ ਕਰ ਰਹੇ ਸੀਗੇ ਕਿ ਵਾਟ ਬੰਗਾਲ ਡਸ ਟੁਡੇ। ਜੀ, ਬੰਗਾਲ ਨੇ ਨਰਿੰਦਰ ਮੋਦੀ, ਮੈਂ ਮੋਦੀ ਸਰਕਾਰ ਨਹੀਂ ਕਹੂੰਗਾ ਕਿਉਂਕਿ ਇਲੈਕਸ਼ਨ ਤਾਂ ਬੀਜੇਪੀ ਲੜਦੀ ਹੈ ਤੇ ਮੋਦੀ ਜੀ ਨੇ ਪਰਸਨਲੀ ਇਲੈਕਸ਼ਨ ਲੜੀ ਹੈ। ਬਿਲਕੁਲ, ਪੀਐਮ ਵਰਸਸ ਸੀਐਮ ਦੀ ਕਿਤੇ ਨਾ ਕਿਤੇ ਫਾਈਟ ਸੀਗੀ ਇਹ। ਨਹੀਂ ਸੀ ਹੀ ਨਰਿੰਦਰ ਮੋਦੀ ਵਰਸਸ ਮਮਤਾ ਬੈਨਰਜੀ। ਜੀ, ਤੇ ਪਹਿਲੀ ਵਾਰ ਹੈ ਕਿ ਜਿਹੜਾ ਇੱਕ ਇਮੇਜ ਲਗਾਤਾਰ ਬਿਲਡ ਹੋਇਆ ਸੀਗਾ ਮੋਦੀ ਜੀ ਦੀ ਇਨਵਿੰਸੀਬਿਲਿਟੀ ਦਾ, ਉਹ ਇੱਕ ਚੀਫ ਮਿਨਿਸਟਰ ਨੇ ਸ਼ੈਟਰ ਕਰਤਾ, ਕਿਉਂਕਿ ਇਹ ਫਾਈਟ ਡਾਇਰੈਕਟ ਸੀ। ਪੰਜਾਬ ਦੇ ਵਿੱਚ ਪਿਛਲੀ ਵਾਰ ਜਦੋਂ ਅਸੈਂਬਲੀ ਇਲੈਕਸ਼ਨ ਹੋਈ ਹੈ, ਉਦੋਂ ਮੋਦੀ ਜੀ ਪ੍ਰਾਈਮ ਮਿਨਿਸਟਰ ਸੀ। ਲੇਕਿਨ ਇੱਥੇ ਦੀ ਇਲੈਕਸ਼ਨ ਨਰਿੰਦਰ ਮੋਦੀ ਨਹੀਂ ਸੀ ਲੜ ਰਹੇ, ਇੱਥੇ ਅਕਾਲੀ ਦਲ ਲੜ ਸੀ ਇਲੈਕਸ਼ਨ, ਕਾਂਗਰਸ ਦੀ। ਬੰਗਾਲ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੀ ਤਿੱਖੀ ਫਾਈਟ ਨਜ਼ਰ ਆਈ ਹੈ। ਔਰ ਜਿੰਨਾ ਕਿ ਮੈਨੂੰ ਹਿੰਦੁਸਤਾਨ ਦਾ 47 ਤੋਂ ਬਾਅਦ ਦਾ ਇਤਿਹਾਸ ਪਤਾ ਹੈ, ਕਦੇ ਵੀ ਕਿਸੇ ਪੀਐਮ ਨੇ ਇਸ ਲੈਵਲ ਤੇ ਆ ਕੇ ਇੱਕ ਸਟੇਟ ਦੇ ਵਿੱਚ ਇਲੈਕਸ਼ਨ ਨਹੀਂ ਲੜੀ ਔਰ ਇੱਕ ਰੀਜਨਲ ਪਾਰਟੀ ਦਾ ਮੁਕਾਬਲਾ ਕੀਤਾ ਹੈ। ਬੜੀ ਪਿਆਰੀ ਗੱਲ ਇਹ ਹੈ ਕਿ ਐਡੀ ਵੱਡੀ ਪਾਰਟੀ ਬੀਜੇਪੀ, ਸਾਰੀ ਮਸ਼ੀਨਰੀ ਉਹਦੇ ਕੋਲ, ਤੇ ਦੋਵੇਂ ਮਹਾਰਥੀ ਪਾਰਟੀ ਦੇ ਲਗਾਤਾਰ ਇਲੈਕਸ਼ਨ ਦੇ ਵਿੱਚ ਫੀਲਡ ਦੇ ਵਿੱਚ ਰਹੇ ਔਰ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਾਰ ਗਈ। ਮੈਂ ਮਮਤਾ ਬੈਨਰਜੀ ਦੀ ਜਿਹੜੀ ਆਪਣੀ ਹਾਰ ਆਪਣੇ ਹਲਕੇ 'ਚੋਂ, ਮੈਂ ਉਹਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ, ਕਿਉਂਕਿ ਜਿਸ ਮੈਸਿਵ ਮੈਂਡੇਟ ਨਾਲ ਪਾਰਟੀ ਦੁਬਾਰਾ ਪਾਵਰ 'ਚ ਆਈ ਹੈ ਔਰ ਇਸ ਸਿਚੁਏਸ਼ਨ ਦੇ ਵਿੱਚ ਇਹ ਬੜੀ ਕਮਾਲ ਦੀ ਗੱਲ ਹੈ। ਤੇ ਇਸ ਇਲੈਕਸ਼ਨ ਨੇ ਅੱਗੇ ਵਾਸਤੇ ਹਿੰਦੁਸਤਾਨ ਦੇ ਵਿੱਚ ਇੱਕ ਰਸਤਾ ਦਿਖਾਇਆ ਹੈ। ਬਿਲਕੁਲ ਅੱਗੇ ਕਰਦਾ ਹੈ ਕਿ ਜਿਹੜੀ ਹਾਂਜੀ ਜੀ ਸਰ, ਪਲੀਜ਼ ਕੰਪਲੀਟ ਜੀ। ਇੱਕ ਰਸਤਾ ਦਿਖਾਇਆ ਹੈ ਤੇ ਇਹ ਹੁਣ ਡਿਪੈਂਡ ਕਰਦਾ ਹੈ ਕਿ ਜਿਹੜੀ ਅਪੋਜੀਸ਼ਨ ਹੈ ਉਹਦੇ ਵਿੱਚ ਜਾਨ ਪੈਂਦੀ ਹੈ ਨਹੀਂ ਪੈਂਦੀ। ਆਲ ਸੈਡ ਐਂਡ ਡਨ, ਟੀਐਮਸੀ ਇੱਕ ਰੀਜਨਲ ਪਾਰਟੀ ਹੈ, ਇੱਕ ਸਟੇਟ ਦੇ ਵਿੱਚ ਹੈ। ਬਿਲਕੁਲ। ਨੈਸ਼ਨਲ ਲੈਵਲ ਤੇ ਜੇ ਕੋਈ ਪਾਰਟੀ ਅੱਜ ਵੀ ਹੈ, ਉਹ ਕਾਂਗਰਸ ਹੈ, ਭਾਵੇਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ। ਬਿਲਕੁਲ।
ਤੇ ਇੱਕ ਗੱਲ ਪ੍ਰੂਵ ਹੋ ਗਈ ਕਿ ਜੇ ਪਾਰਟੀ ਕੋਈ ਕਨਫਰੰਟ ਕਰੇ ਮੋਦੀ ਜੀ ਨੂੰ ਉਸੇ ਲੈਵਲ ਤੇ ਜਿਸ ਢੰਗ ਨਾਲ ਮਮਤਾ ਬੈਨਰਜੀ ਨੇ ਵੈਸਟ ਬੰਗਾਲ ਦੇ ਵਿੱਚ ਕੀਤਾ ਹੈ, ਹੂੰ ਤੇ ਮੁਕਾਬਲਾ ਬੜੇ ਆਰਾਮ ਨਾਲ ਕੀਤਾ ਜਾ ਸਕਦਾ ਹੈ। ਬਿਲਕੁਲ। ਸੋ ਮੇਰਾ ਇਹ ਸਵਾਲ ਇਲੈਕਸ਼ਨ ਇਹੀ ਸੀਗਾ, ਰਸਤਾ ਦਿਖਾਉਂਦੀ ਹੈ। ਮੇਰਾ ਸਵਾਲ ਇਹੀ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਕਾਂਗਰਸ ਦਾ ਹਾਲ ਅਸੀਂ ਵੇਖਿਆ ਹੈਗਾ, ਇੱਕ ਤਰੀਕੇ ਨਾਲ ਸੁਪਰਾਈਜ਼ ਉਹਨਾਂ ਦਾ ਸਾਫ਼ ਹੋਇਆ ਹੈਗਾ। ਤੁਸੀਂ ਕਿਹਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਕਾਂਗਰਸ ਹੈਗੀ ਹੈ, ਤਾਂ ਕੀ ਮਮਤਾ ਬੈਨਰਜੀ ਨੂੰ ਅਸੀਂ 2024 ਦੇ ਵਿੱਚ ਇੱਕ ਨੈਸ਼ਨਲ ਲੀਡਰ ਵਜੋਂ ਵੇਖ ਸਕਦੇ ਹੈਗੇ ਹਾਂ? ਔਰ ਖੇਤਰੀ ਪਾਰਟੀਆਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਜੇ ਇਕੱਠੀਆਂ ਹੋ ਜਾਂਦੀਆਂ ਨੇ ਇਹ ਖੇਤਰੀ ਪਾਰਟੀ, ਤਾਂ ਕੀ ਬਦਲਾਵ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਲੈ ਕੇ ਆਉਂਦਾ ਜਾ ਸਕਦਾ ਹੈ? ਇਹ ਬੜੀ ਵਾਰ ਇਹ ਮੂਵ ਚੱਲਿਆ ਹੈ ਕਿ ਖੇਤਰੀ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਹੂੰ ਹਿੰਦੁਸਤਾਨ ਦੀ ਜਿਹੜੀ ਪਹਿਲੀ ਖੇਤਰੀ ਪਾਰਟੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੀ ਜੀ, ਔਰ ਇਹ ਪਾਰਟੀ ਹੁਣ 100 ਸਾਲ ਦੀ ਹੋ ਚੁੱਕੀ ਹੈ। ਰਾਦਰ ਜਿਹੜੀ ਰੀਜਨਲ ਪੋਲਿਟਿਕਸ ਹੈ ਇਹਦਾ ਮੁੱਢ ਜੀ। ਪੰਜਾਬ ਤੋਂ ਹੀ ਵੱਜਦਾ ਹੈ। ਹੂੰ ਤਾਮਿਲਨਾਡੂ ਉਦੋਂ ਮਦਰਾਸ ਹੁੰਦਾ ਸੀ ਸਾਊਥ ਵਿੱਚ, ਇਧਰੋਂ ਪੰਜਾਬ। ਜੀ, ਵੈਸਟ ਬੰਗਾਲ ਰੀਜਨਲ ਪੋਲਿਟਿਕਸ ਨਹੀਂ ਸੀ, ਨੈਸ਼ਨਲ ਪੋਲਿਟਿਕਸ। ਸੋ ਇਹ ਦੋ ਏਰੀਆ ਸੀ ਜਿੱਥੇ ਰੀਜਨਲ ਪੋਲਿਟਿਕਸ ਨੇ ਡੋਮੀਨੇਟ ਕੀਤਾ ਹੈ, ਔਰ ਇਹਦੇ ਚ ਲੀਡ ਹਮੇਸ਼ਾ ਹੀ ਅਕਾਲੀ ਦਲ ਲੈਂਦਾ ਰਿਹਾ ਹੈ। ਹੂੰ ਹੁਣ ਸਮੱਸਿਆ ਇਹ ਹੈ ਕਿ ਜਿਵੇਂ ਕਾਂਗਰਸ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਨਾ, ਜੀ, ਉਸ ਤਰ੍ਹਾਂ ਅਕਾਲੀ ਦਲ ਵੀ ਹੁਣ ਜਿਸ ਸਟੇਜ ਤੇ ਖੜਾ ਹੈ, ਤੇ ਉਸ ਸਟੇਜ ਤੇ ਉਹਨਾਂ ਨੇ ਜਿਹੜੀ ਆਪਣੀ ਕੋਰ ਬੇਸ ਸੀ ਉਹਨੂੰ ਛੱਡ ਦਿੱਤਾ ਸੀਗਾ, ਜਿਹੜੀ ਪੰਥਕ ਬੇਸ ਹੈ। ਜੀ। ਹੁਣ ਇਸ ਸਿਚੁਏਸ਼ਨ ਦੇ ਵਿੱਚ ਪਾਰਟੀ ਰਿਵਾਈਵ ਹੁੰਦੀ ਹੈ ਜਾਂ ਨਹੀਂ ਹੁੰਦੀ, ਹੂੰ ਇਹ ਗੱਲ ਦੇਖਣ ਵਾਲੀ ਹੈ। ਲੇਕਿਨ ਪੈਰਲਲ ਹੈ, ਉੱਥੇ ਵੀ ਰੀਜਨਲ ਪਾਰਟੀ ਸੀ, ਪੰਜਾਬ ਵਿੱਚ ਵੀ ਰੀਜਨਲ ਪਾਰਟੀ ਹੈ, ਔਰ ਇਸ ਪਾਰਟੀ ਨੇ ਵੀ ਪਹਿਲਾਂ 10 ਸਾਲ ਲਗਾਤਾਰ ਰਾਜ ਕੀਤਾ ਹੈ। ਬਿਲਕੁਲ। ਜਿੱਦਾਂ ਇਹਦਾ ਮੁਕਾਬਲਾ ਇਹ ਵੀ ਹੈਗੇ, ਕਿਉਂਕਿ ਪੰਜਾਬ ਦੀ ਅਸੀਂ ਗੱਲ ਕਰ ਲਈਏ ਜਾਂ ਵੈਸਟ ਬੰਗਾਲ ਦੀ ਗੱਲ ਕਰ ਲਈਏ, ਤਾਂ ਦੋਵਾਂ ਨੇ ਹੀ ਹਮੇਸ਼ਾ ਐਂਟੀ ਐਸਟੈਬਲਿਸ਼ਮੈਂਟ ਦੇ ਖਿਲਾਫ ਜਿਹੜੀ ਹੈਗੀ ਆ ਉਹ ਆਪਣੀ ਆਵਾਜ਼ ਬੁਲੰਦ ਕੀਤੀ ਹੈਗੀ ਹੈ। ਤਾਂ ਜੋ ਚੀਜ਼ਾਂ ਅਸੀਂ ਪੰਜਾਬ ਦੇ ਵਿੱਚ ਦੇਖੀਆਂ ਨੇ ਉਹੀ ਵੈਸਟ ਬੰਗਾਲ ਦੇ ਵਿੱਚ ਅਸੀਂ ਵੇਖਦੇ ਹੈਗੇ ਹਾਂ। ਤਾਂ ਪੰਜਾਬ ਦੇ ਹੁਣ ਮੈਂ ਸੰਦਰਭ ਦੇ ਵਿੱਚ ਗੱਲ ਕਰੂੰਗਾ, ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਮੈਂ ਗੱਲ ਕਰੂੰਗਾ। ਇਸ ਜਿੱਤ ਦਾ ਕਿਸਾਨੀ ਅੰਦੋਲਨ ਤੇ ਤੁਹਾਨੂੰ ਕਿੰਨਾ ਕੁ ਅਸਰ ਜਿਹੜਾ ਹੈਗਾ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ? ਕਿਉਂਕਿ ਕਿਸਾਨ ਕਲਕੱਤੇ ਦੇ ਵਿੱਚ ਜਾ ਕੇ ਰੈਲੀਆਂ ਕਰਦੇ ਹੈਗੇ ਨੇ, ਵੈਸਟ ਬੰਗਾਲ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਨੇ, ਅਸਾਮ ਦੇ ਵਿੱਚ ਹਾਲਾਂਕਿ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਨੇ। ਇਸ ਕਿਸਾਨੀ ਅੰਦੋਲਨ ਨੂੰ ਕੀ ਤਾਕਤ ਇਸ ਹਾਰ ਤੋਂ ਬਾਅਦ ਮਿਲੇਗੀ? ਇਹ ਸਟਰਗਲ ਪੰਜਾਬ ਤੋਂ ਸ਼ੁਰੂ ਹੋਈ ਸੀ ਜੀ, ਲੀਡ ਪੰਜਾਬ ਦੀ ਹੈ। ਜਿਹੜੀ ਮੈਂ ਗੱਲ ਸ਼ੁਰੂ ਚ ਕੀਤੀ ਹੈ ਕਿ ਪੰਜਾਬ ਲੀਡ ਲੈਂਦਾ ਹੈ, ਬੰਗਾਲ ਨਹੀਂ। ਇਹ ਲੀਡ ਵੀ ਪੰਜਾਬ ਨੇ ਹੀ ਲਈ ਸੀ ਜੀ, ਤੇ ਮੇਰੀ ਇੱਕ ਅਸੈਸਮੈਂਟ ਲਗਾਤਾਰ ਬਣੀ ਹੋਈ ਹੈ, ਖਾਸ ਕਰਕੇ ਉਸ ਸਿਚੁਏਸ਼ਨ ਤੋਂ ਬਾਅਦ ਜਦੋਂ ਇਸ ਸਟਰਗਲ ਨੇ ਵੈਸਟਰਨ ਯੂਪੀ ਦੇ ਵਿੱਚ ਇੰਪੈਕਟ ਪਾਉਣਾ ਸ਼ੁਰੂ ਕੀਤਾ। ਬਿਲਕੁਲ। ਵੈਸਟਰਨ ਯੂਪੀ ਪਿਛਲੇ ਇਲੈਕਸ਼ਨ ਦੇ ਵਿੱਚ ਬੀਜੇਪੀ ਦੀ ਬੇਸ ਸੀ ਯੂਪੀ ਦੇ ਵਿੱਚ, ਹੁਣ ਉਹ ਬੇਸ ਸਾਰੀ ਰੋਡ ਹੋ ਗਈ ਹੈ। ਇੱਕ ਧਿਆਨ ਰੱਖੋ, ਹਮੇਸ਼ਾ ਹੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਮੈਟਰ ਕਰਦੀਆਂ ਹੀ ਨਹੀਂ, 13 ਸੀਟਾਂ ਸਾਰੀਆਂ, ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ ਬੀਜੇਪੀ ਤਾਂ ਹੈ ਹੀ ਨਹੀਂ ਆਪਣਾ ਬੇਸ ਪੰਜਾਬ ਦੇ ਵਿੱਚ ਇੰਡੀਪੈਂਡੈਂਟ, ਸੋ ਉੱਥੇ ਅਸਰ ਨਹੀਂ ਪੈਂਦਾ। ਬਿਲਕੁਲ ਧਿਆਨ ਰੱਖੋ ਜੀ, ਇਹਦਾ ਅਸਰ ਸਟਰਗਲ ਦਾ ਪਏਗਾ ਯੂਪੀ ਦੇ ਵਿੱਚ ਜਾ ਕੇ। ਜਦੋਂ ਬੀਜੇਪੀ ਨੂੰ ਲੱਗਿਆ ਕਿ ਇਹ ਸਟਰਗਲ ਸਾਨੂੰ ਯੂਪੀ ਦੇ ਵਿੱਚ ਹਰਵਾ ਦੇਗੀ, ਤੇ ਉਸ ਤੋਂ ਦੇਖਦੇ ਹੋਏ ਇਹਨਾਂ ਨੂੰ ਇਹਦਾ ਕੋਈ ਹੱਲ ਕਰਨਾ ਪੈਣਾ ਹੈ, ਔਰ ਹੱਲ ਇੱਕੋ ਹੀ ਹੈ। ਔਰ ਮੇਰੇ ਖਿਆਲ ਦੇ ਵਿੱਚ ਹੁਣ ਉਹ ਸਿਚੁਏਸ਼ਨ ਪਹੁੰਚ ਗਈ ਹੈ ਜਿੱਥੇ ਆ ਕੇ ਇਹਨਾਂ ਨੂੰ ਇਸ ਸਟਰਗਲ ਦੇ ਨਾਲ ਸਮਝੌਤਾ ਕਰਨਾ ਪੈਣਾ ਹੈ, ਤੇ ਇਹ ਕਾਰਜ ਕਰਨੇ ਪੈਣੇ ਆ। ਗੱਲ ਟਾਈਮ ਦੀ ਹੈ, ਤੇ ਉਹਦਾ ਪ੍ਰੋਸੀਜਰ ਕੀ ਹੋ ਸਕਦਾ ਹੈ। ਮੇਰੇ ਹੋਰ ਵੀ ਇਹਦੇ ਵਿੱਚ ਵਿਊ ਪੁਆਇੰਟ ਹੈ ਜੀ। ਹਿੰਦੁਸਤਾਨ ਦੇ ਵਿੱਚ ਹੁਣ ਲਾਸ਼ਾਂ ਦੇ ਢੇਰ ਲੱਗ ਰਹੇ ਆ ਕਿ ਜਿਹੜੇ ਖੇਤੀ ਕਾਨੂੰਨ ਹੈ ਤਿੰਨ, ਉਹ ਹਿੰਦੁਸਤਾਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋਕਾਂ ਦੀਆਂ ਜਾਨਾਂ ਨਾਲੋਂ ਲੋਕਾਂ ਦੀ ਜਾਨਾਂ ਜ਼ਿਆਦਾ ਜ਼ਰੂਰੀ ਹੈ ਜਾਂ ਖੇਤੀ ਕਾਨੂੰਨ ਜ਼ਿਆਦਾ ਜ਼ਰੂਰੀ ਹੈ? ਹੁਣ ਇਸ਼ੂ ਇਹ ਬਣਦਾ ਜਾ ਰਿਹਾ ਕਿ ਮੋਦੀ ਸਾਹਿਬ ਕਿਸਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ, ਕਿਉਂਕਿ ਇਸ ਬਿਮਾਰੀ ਨੇ ਉਹ ਹਜ਼ਾਰਾਂ ਲੋਕਾਂ ਤੇ ਇੰਪੈਕਟ ਪਾਉਣਾ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਪ੍ਰੋਟੈਸਟ ਕਰ ਰਹੇ। ਬਿਲਕੁਲ। ਸੋ ਇਹ ਜ਼ਰੂਰੀ ਹੈ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ
ਜਿਹੜੇ ਇਹ ਲਾਜ਼ ਹੈ ਜਿਹੜੇ ਹਿੰਦੁਸਤਾਨ ਦੀ ਇਕਾਨਮੀ ਵਾਸਤੇ ਇਸ ਸਟੇਜ ਤੇ ਕੋਈ ਜ਼ਰੂਰੀ ਨਹੀਂ, ਹੂੰ, ਉਹਨਾਂ ਨੂੰ ਵਾਪਸ ਲਿਆ ਜਾਵੇ। ਇਹ ਸਮੇਂ ਦੀ ਤੇ ਸਿਚੁਏਸ਼ਨ ਦੀ ਇਸ ਵੇਲੇ ਮੰਗ ਹੈ ਤੇ ਪੋਲੀਟੀਕਲ ਲੈਵਲ ਤੇ ਆ ਕੇ ਯੂਪੀ ਦੇ ਵਿੱਚ ਇਹਦਾ ਸਿੱਧਾ ਹੀ ਅਸਰ ਪਏਗਾ। ਯੂਪੀ ਦੇ ਵਿੱਚ ਸਿੱਧਾ ਅਸਰ ਪੈਂਦਾ ਹੈਗਾ, ਪਰ ਜਗਤਾਰ ਜੀ ਜਿਵੇਂ ਅਸੀਂ ਕੱਲ ਵੀ ਦੇਖ ਰਹੇ ਸੀਗੇ ਕਿ ਮੈਨੂੰ ਲੱਗਦਾ ਨਹੀਂ ਹੋਊਗਾ ਕਿ ਕਦੀ ਪੰਜਾਬੀਆਂ ਨੇ ਕਿਸੇ ਹੋਰ ਸੂਬੇ ਦੇ ਵਿੱਚ ਜੇ ਚੋਣਾਂ ਹੋ ਰਹੀਆਂ ਹੋਣ ਤਾਂ ਇੰਨੀ ਦਿਲਚਸਪੀ ਜਿਹੜੀ ਹੈਗੀ ਉਹਦੇ ਵਿੱਚ ਦਿਖਾਈ ਹੋਵੇ। ਪੰਜਾਬੀ ਕੱਲ ਲਗਾਤਾਰ ਨਜ਼ਰਾਂ ਬਣਾ ਕੇ ਬੈਠੇ ਹੋਏ ਸੀ। ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਮਮਤਾ ਬੈਨਰਜੀ ਵਾਸਤੇ, TMC ਵਾਸਤੇ ਉਹਨਾਂ ਦੇ ਵੱਲੋਂ ਪ੍ਰਚਾਰ ਪਹਿਲਾਂ ਵੀ ਕੀਤਾ ਜਾ ਰਿਹਾ ਸੀਗਾ ਔਰ ਕੱਲ ਜਿਹੜੀ ਜਿੱਤ ਹੋਈ ਹੈ ਉਸ ਦੀ ਵੀ ਖੁਸ਼ੀ ਮਨਾਈ ਜਾ ਰਹੀ ਸੀ। ਪੰਜਾਬੀ ਇੰਨਾ ਕਿਉਂ ਖੁਸ਼ ਨਜ਼ਰ ਆ ਰਹੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਹੈਗਾ? ਨਹੀਂ, ਇਹ ਸਟਰਗਲ ਕਰਕੇ ਹੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿਸਾਨ ਅੰਦੋਲਨ ਦੇ ਸੰਦਰਭ ਦੇ ਵਿੱਚ ਕਿ ਜੇ ਮੋਦੀ ਜੀ ਵੈਸਟ ਬੰਗਾਲ ਦੇ ਵਿੱਚ ਹਾਰ ਗਏ ਤੇ ਇਹ ਕਮਜ਼ੋਰ ਪੈ ਜਾਣਗੇ, ਤੇ ਜਦੋਂ ਕਮਜ਼ੋਰ ਪੈ ਜਾਣਗੇ ਤੇ ਫਿਰ ਇਹਨਾਂ ਨੂੰ ਕਿਸਾਨ ਸੰਘਰਸ਼ ਦੇ ਨਾਲ ਗੱਲਬਾਤ ਕਰਨੀ ਪੈਣੀ ਹੈ। ਤਾਂ ਇਸ ਕਰਕੇ ਇਹ ਖੁਸ਼ੀ ਮਨਾਈ ਜਾ ਰਹੀ ਸੀ। ਕੀ ਵਾਕਈ ਤੁਹਾਨੂੰ ਲੱਗਦਾ ਹੈ ਕਿ ਇਹ ਕਮਜ਼ੋਰ ਪਏ ਨੇ, ਇਹ ਹਾਰ ਨੂੰ ਇਹਨਾਂ ਦੀ ਆਪਾਂ ਵਾਕਈ ਹੀ ਹਾਰ ਮੰਨ ਸਕਦੇ ਹਾਂ? ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਇਹਨਾਂ ਦਾ ਵੋਟਿੰਗ ਪਰਸੈਂਟੇਜ ਹੋਵੇ ਜਾਂ ਜੋ ਸੀਟਾਂ ਇਹਨਾਂ ਦੇ ਕੋਲ 3 ਤੋਂ ਹੁਣ ਵਧੀਆ ਹੈਗੀਆਂ ਨੇ, 80 ਤੱਕ ਪਹੁੰਚ ਗਏ ਸੀਗੇ ਇਹ, ਤਾਂ ਇਹ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਭਾਜਪਾ ਵਾਲੇ ਇਹ ਵੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਕਹਿੰਦੇ ਅਸੀਂ ਜਿਹੜੀ ਚੋਣਾਂ ਹੈਗੀਆਂ ਉਹ ਅਸੀਂ ਜਿੱਤਣ ਜਾਂ ਹਾਰਨ ਵਾਸਤੇ ਨਹੀਂ ਲੜਦੇ ਹੈਗੇ, ਅਸੀਂ ਆਪਣਾ ਕੈਡਰ ਵਧਾਉਣ ਵਾਸਤੇ ਲੜਦੇ ਹੈਗੇ ਆ। ਤਾਂ ਅੱਜ ਕਹਿੰਦੇ ਸਾਡਾ ਕੈਡਰ ਵੈਸਟ ਬੰਗਾਲ ਦੇ ਵਿੱਚ 80 ਦੇ ਉੱਤੇ ਪਹੁੰਚ ਗਿਆ, ਜਿੱਥੇ ਕਿ ਪਹਿਲਾਂ 3 ਦੇ ਉੱਤੇ ਸਿਮਟ ਕੇ ਬੈਠਿਆ ਹੋਇਆ ਸੀਗਾ। ਤਾਂ ਜਿਹੜਾ ਇਹ ਕੈਡਰ ਵਧਿਆ ਹੈ, ਕਿ ਇਸ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਮਤਾ ਬੈਨਰਜੀ ਨੂੰ ਇੱਕ ਚੇਤਾਵਨੀ ਵਜੋਂ ਵੇਖਣਾ ਚਾਹੀਦਾ? ਨਹੀਂ, ਇਹ ਹੁਣ ਫੇਸ ਸੇਵਿੰਗ ਹੈ। ਜਿਸ ਲੈਵਲ ਤੇ ਆ ਕੇ ਨਰਿੰਦਰ ਮੋਦੀ ਜੀ ਨੇ ਇਹ ਲੈ ਕੇ ਲੜੀ, ਪਰਸਨਲੀ ਮਮਤਾ ਬੈਨਰਜੀ ਦੀਦੀ, ਉਹ ਦੀਦੀ ਜਿਹੜਾ ਲਗਾਤਾਰ ਗੱਲ ਆ ਰਹੀ ਹੈ, ਉਹ ਸਿਰਫ ਆਪਣਾ ਬੇਸ ਮਜ਼ਬੂਤ ਕਰਨ ਵਾਸਤੇ ਨਹੀਂ ਸੀ। ਅਮਿਤ ਸ਼ਾਹ ਜੀ ਵਾਰ-ਵਾਰ ਕਲੇਮ ਕਰ ਰਹੇ ਸੀ ਵੀ ਅਸੀਂ ਘੱਟੋ ਘੱਟ 200 ਸੀਟਾਂ ਲਵਾਂਗੇ। ਹੁਣ ਬੀਜੇਪੀ ਜੋ ਮਰਜ਼ੀ ਕਹੀ ਜਾਵੇ, ਲੇਕਿਨ ਉਹਨਾਂ ਦੀ ਫਾਈਟ ਮਮਤਾ ਬੈਨਰਜੀ ਨੂੰ ਹਰਾਉਣ ਦੀ ਸੀ, ਨਾ ਕਿ ਆਪਣੀਆਂ ਸੀਟਾਂ ਵਧਾਉਣ ਦੀ। ਇਹ ਜਿਹੜਾ ਨੈਰੇਟਿਵ ਹੈ ਕਿ ਸਾਡੀਆਂ ਸੀਟਾਂ ਵੱਧ ਗਈਆਂ, ਪਿਛਲੀ ਵਾਰ ਇੰਨੀਆਂ ਸੀ ਹੁਣ ਇੰਨੀਆਂ ਹੋ ਗਈਆਂ, ਇਹ ਕਿਸੇ ਵੇਲੇ ਕਮਿਊਨਿਸਟ ਵੀ ਇਸ ਲਾਈਨ ਤੇ ਗੱਲ ਕਰਿਆ ਕਰਦੇ ਸੀਗੇ ਵੀ ਸਾਡੀ ਜੀ ਵੋਟ ਬੈਂਕ ਇੰਨੇ % ਸਾਨੂੰ ਵੋਟ ਪਈ ਹੈ, ਪਿਛਲੀ ਵਾਰ ਇੰਨੀ ਪਈ ਸੀ, ਅਸੀਂ ਆਪਣੀ ਬੇਸ ਸਾਡੀ ਕਾਇਮ ਹੈ। ਉਹ ਸਾਫ਼ ਹੋ ਗਏ ਬੰਗਾਲ ਦੇ ਵਿੱਚੋਂ। ਸੋ ਹੋ ਸਕਦਾ ਕਿ ਬੀਜੇਪੀ ਅਗਲੀ ਵਾਰ ਇਹ ਵੈਸਟ ਬੰਗਾਲ 'ਚ ਬਿਲਕੁਲ ਹੀ ਸਾਫ਼ ਹੋ ਜਾਏ। ਕਿ ਕਾਂਗਰਸ ਦਾ ਜਿਹੜਾ ਅਸੀਂ ਇਹ ਮੰਨ ਕੇ ਕਿਉਂ ਚੱਲਦੇ ਹਾਂ ਕਿ ਅਗਲੀ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਸਟਰੈਂਥ ਵਧੇਗੀ? ਸਾਫ਼ ਵੀ ਹੋ ਸਕਦੇ ਆ ਨਾ। ਅਸੀਂ ਇਹ ਪ੍ਰੋਬੇਬਿਲਿਟੀ ਕਿਉਂ ਨਹੀਂ ਲੈਂਦੇ? ਅਸੀਂ ਇੱਕ ਗੱਲ ਕਰਦੇ ਹਾਂ, ਕਾਊਂਟਰ ਵਿਊ ਕੋਈ ਨਹੀਂ। ਮੇਰਾ ਕਾਊਂਟਰ ਵਿਊ ਹੈ ਕਿ ਹੋ ਸਕਦਾ ਅਗਲੀ ਇਲੈਕਸ਼ਨ ਤੱਕ ਬੀਜੇਪੀ ਦੀ ਸਫਾਈ ਹੋ ਜਾਏ, CPM ਰਿਵਾਈਵ ਹੋ ਜਾਏ। ਜਿਸ ਢੰਗ ਨਾਲ ਨੈਸ਼ਨਲ ਲੈਵਲ ਤੇ ਆ ਕੇ ਇਹ ਜਿਹੜੀ ਇਹਨਾਂ ਦੀ ਕਮਿਊਨਲ ਪੋਲਿਟਿਕਸ ਹੈ ਉਹ ਕਨਫਰੰਟ ਹੋ ਰਹੀ ਹੈ, ਤੇ ਜ਼ਰੂਰੀ ਨਹੀਂ ਕਿ ਬੀਜੇਪੀ ਵੈਸਟ ਬੰਗਾਲ 'ਚ ਅਗਲੀ ਵਾਰੀ ਹੋਰ ਸਟਰੈਂਥਨ ਹੋਵੇ, ਕਿਉਂਕਿ ਇਹਨਾਂ ਦੀ ਪੋਲਿਟਿਕਸ ਐਂਟੀ ਪੀਪਲ ਹੈ। ਤਾਂ ਉਹ ਪੋਲਰਾਈਜੇਸ਼ਨ ਦਾ ਜਿਹੜਾ ਫੈਕਟਰ ਹੈਗਾ ਉਹ ਵੀ ਕਿਤੇ ਨਾ ਕਿਤੇ ਬੰਗਾਲ ਦੇ ਵਿੱਚ ਨਹੀਂ ਚੱਲਿਆ, ਜਿਨ੍ਹਾਂ ਦੇ ਉੱਤੇ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਮੰਦਰ ਦੀ ਗੱਲ ਕੀਤੀ ਗਈ ਸੀ, ਜੈ ਸ਼੍ਰੀ ਰਾਮ ਦੀ ਗੱਲ ਕੀਤੀ ਗਈ ਸੀ, ਤਾਂ ਉਹ ਵੀ ਲੋਕਾਂ ਨੇ ਫਿਰ ਉਹ ਪੋਲਰਾਈਜੇਸ਼ਨ ਫੈਕਟਰ ਵੀ ਨਕਾਰ ਦਿੱਤਾ। ਨਹੀਂ, ਕੋਵਿਡ ਨੇ ਪੋਲਿਟਿਕਲ ਨੈਰੇਟਿਵ ਹੈ ਉਹਦੇ ਵਿੱਚ ਤੇ ਵੀ ਅਸਰ ਪਾਉਣਾ ਹੈ। ਲੋਕਾਂ ਨੂੰ ਪਹਿਲੀ ਵਾਰੀ ਸਮਝ ਆ ਰਹੀ ਹੈ ਵੀ ਮੰਦਰ ਮਸਜਿਦ ਦੀ ਲੜਾਈ ਨਹੀਂ, ਇਸ਼ੂ ਤਾਂ ਲੋਕਾਂ ਦੀ ਸਰਵਾਈਵਲ ਦੀ ਹੈ। ਅਸੀਂ ਰਾਮ ਮੰਦਰ ਤੇ 20 ਸਾਲ ਪੋਲਿਟਿਕਸ ਕੀਤੀ, ਕੀ ਕਦੇ ਅਸੀਂ ਕਿਸੇ ਹਸਪਤਾਲ ਤੇ ਵੀ ਪੋਲਿਟਿਕਸ ਕੀਤੀ ਹੈ? ਕੋਈ ਚੰਗਾ ਕਾਲਜ ਬਣਾਉਣ ਤੇ ਵੀ ਪੋਲਿਟਿਕਸ ਕੀਤੀ ਹੈ? ਨਹੀਂ ਕੀਤੀ। ਕਹਿੰਦੇ ਸਭ ਤੋਂ ਉੱਚਾ ਬੁੱਤ ਬਣਾਤਾ ਅਸੀਂ ਜੀ, ਕੀ ਸਭ ਤੋਂ ਵੱਡਾ ਹਸਪਤਾਲ ਵੀ ਬਣਾਇਆ ਕਦੇ? ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਿੰਗਾਪੁਰ ਇੱਕ ਸਿਟੀ ਸਟੇਟ ਹੈ, ਉੱਥੋਂ ਅਸੀਂ ਆਕਸੀਜਨ ਕੰਟੇਨਰ ਇੰਪੋਰਟ ਕਰ ਰਹੇ ਹਾਂ। ਐਡਾ ਵੱਡਾ ਮੁਲਕ ਹੋਵੇ ਤੇ ਮੰਗੋਲੀਆ ਸਾਡੀ ਸਪੋਰਟ ਕਰ ਰਿਹਾ, ਕੈਸੇ ਕੈਸੇ ਮੁਲਕ ਕਰ ਰਹੇ ਹੈ। ਅਸੀਂ ਕਿਸ ਚੀਜ਼ ਤੇ ਆਪਣੇ ਆਪ ਤੇ ਮਾਣ ਕਰ ਸਕਦੇ ਹਾਂ? ਕਿ ਮੰਦਰ ਬਣਾਉਣ ਤੇ ਮਾਣ ਕਰ ਸਕਦੇ ਹਾਂ, ਵੱਡੇ ਬੁੱਤ ਬਣਾਉਣ ਤੇ ਮਾਣ ਕਰ ਸਕਦੇ ਹਾਂ, ਜਾਂ ਵੱਡੇ ਹਸਪਤਾਲ ਬਣਾਉਣ ਤੇ ਮਾਣ ਕਰ ਸਕਦੇ ਹਾਂ? ਸੋ ਇਹ ਜਿਹੜਾ ਨੈਰੇਟਿਵ ਹੈ ਇਹ ਹੁਣ ਬੈਕ ਟਰੈਕ ਆਪਣੇ ਆਪ ਹੀ ਹੋਏਗਾ। ਲੋਕਾਂ ਨੂੰ ਸਮਝ ਆ ਗਈ ਹੈ ਕਿ ਸਾਨੂੰ ਮਿਸਲੀਡ ਕਰਕੇ ਇਹ ਲੋਕ ਵੋਟਾਂ ਲੈਂਦੇ ਹੈ ਤੇ ਇਨਸਾਨੀਅਤ ਦੀ ਗੱਲ ਨਹੀਂ ਕਰਦੇ। ਹੁਣ ਇਸ ਵੇਲੇ ਲੋੜ ਲੋਕਾਂ ਨੂੰ ਹੈਲਥ ਦੀ ਹੈ ਮੇਨ, ਨਾਲ ਉਸ ਤੋਂ ਬਾਅਦ ਐਜੂਕੇਸ਼ਨ ਦੀ ਹੈ।
ਹੁਣ ਇਹਦੇ ਨਾਲ ਨੈਰੇਟਿਵ ਚੇਂਜ ਹੋਏਗਾ। ਜੇ ਮੰਦਰ ਮਸਜਿਦ ਦਾ ਨੈਰੇਟਿਵ ਚੇਂਜ ਹੁੰਦਾ ਹੈ ਤੇ ਮੇਰੇ ਖਿਆਲ 'ਚ ਬੀਜੇਪੀ ਦੀ ਜਿਹੜੀ ਪਕੜ ਹੈ ਉਹ ਆਪਣੇ ਆਪ ਹੀ ਢਿੱਲੀ ਪਏਗੀ। ਬੀਜੇਪੀ ਦੀ ਪਕੜ ਜ਼ਰੂਰ ਢਿੱਲੀ ਪਵੇਗੀ। ਔਰ ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਰਣਨੀਤੀ ਜਿਹੜੀ ਹੈਗੀ ਆ ਉਹ ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਵੱਲੋਂ ਘੜੀ ਗਈ ਸੀਗੀ, ਤਾਂ ਹੁਣ ਕਹਿੰਦੇ ਕਿ ਮੈਂ ਕਿਸੇ ਵੀ ਪਾਰਟੀ ਵਾਸਤੇ ਰਣਨੀਤੀ ਨਹੀਂ ਘੜਾਂਗਾ। ਹਾਲਾਂਕਿ ਬੰਗਾਲ ਦੇ ਵਿੱਚ ਤਾਂ ਜਿੱਤ ਦਵਾ ਦਿੱਤੀ ਹੈ, ਪਰ ਹੁਣ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ 2022 ਜਿਹੜੇ ਹੈਗੇ ਆ ਉਹ ਪੰਜਾਬ ਦੇ ਵਿੱਚ ਨਜ਼ਦੀਕ ਹੈਗੀ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਨਿਯੁਕਤ ਕਰ ਦਿੱਤਾ ਸੀਗਾ। ਪਿਛਲੀ ਵਾਰ 2017 ਦੇ ਵਿੱਚ ਸਾਰੀ ਕੰਪੇਨ ਜਿਹੜੀ ਹੈਗੀ ਹੈ, ਸਾਰੀ ਇਲੈਕਸ਼ਨ ਸਟ੍ਰੈਟਜੀ ਜਿਹੜੀ ਹੈਗੀ ਆ ਉਹ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਦੇਖੀ ਸੀਗੀ। ਤਾਂ ਹੁਣ ਇਸ ਵਾਰ ਜਿਹੜਾ ਇਹ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਮੁੱਖ ਮੰਤਰੀ ਨੂੰ ਨਹੀਂ ਮਿਲੂਗਾ, ਜਾਂ ਅਜੇ ਇਸ ਦੇ ਉੱਤੇ ਹੁਣ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਉਹ ਪ੍ਰਿੰਸੀਪਲ ਐਡਵਾਈਜ਼ਰ ਰਹਿ ਕੇ ਸਾਥ ਦਿੰਦੇ ਹੈਗੇ ਨੇ, ਕਿਸ ਤਰੀਕੇ ਦਾ ਉਹ ਸਾਥ ਦਿੰਦੇ ਨੇ। ਪਰ ਉਹਨਾਂ ਨੇ ਟਵੀਟ ਵੀ ਕਰ ਦਿੱਤਾ ਕਿ ਜੇ ਮੈਂ ਇੱਕ ਵਾਰ ਆਪਣੀ ਗੱਲ ਕਹਿ ਦਿੰਦਾ ਤਾਂ ਫਿਰ ਮੈਂ ਆਪਣੇ ਆਪ ਦੀ ਵੀ ਨਹੀਂ ਸੁਣਦਾ ਕਮਿਟਮੈਂਟ ਦੇ ਉੱਤੇ। ਤਾਂ ਕੀ ਨਜ਼ਰ ਤੁਹਾਨੂੰ ਆਉਂਦੀ ਹੈ ਸਥਿਤੀ ਫਿਰ ਪੰਜਾਬ ਦੀ? ਪਹਿਲੀ ਗੱਲ ਤੇ ਜਿਹੜੀ ਪੰਜਾਬ ਦੀ ਡਾਇਨਾਮਿਕਸ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਬੰਗਾਲ ਦਾ ਮਾਡਲ ਵੱਖਰਾ ਹੈ, ਪੰਜਾਬ ਦਾ ਮਾਡਲ ਵੱਖਰਾ ਹੈ ਜੀ। ਇਹ ਹਮੇਸ਼ਾ ਹੀ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਨੰਬਰ 2, ਪ੍ਰਸ਼ਾਂਤ ਕਿਸ਼ੋਰ ਹਰ ਥਾਂ ਤੇ ਤਾਂ ਨਹੀਂ ਕਾਮਯਾਬ ਹੋਏ। ਕੋਈ ਸਟੇਟਸ ਦੇ ਵਿੱਚ ਇਲੈਕਸ਼ਨ 'ਚ ਉਹ ਉਹਨਾਂ ਦੇ ਕਾਮਯਾਬੀ ਨਹੀਂ ਦਵਾ ਸਕੇ। ਆਪ ਵੀ ਕਾਮਯਾਬ ਨਹੀਂ ਹੋਏ ਸੀਗੇ। ਹਾਂ, ਇਹ ਹੁੰਦਾ ਹੈ ਕਈ ਵਾਰ। ਸੋ ਇਹ ਹਾਰਡ ਐਂਡ ਫਾਸਟ ਨਹੀਂ ਹੁੰਦਾ। ਠੀਕ ਹੈ ਕਿ ਵੈਸਟ ਬੰਗਾਲ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਉੱਥੇ ਸਿਚੁਏਸ਼ਨ ਹੋਰ ਹੈ, ਪੰਜਾਬ ਦੀ ਹੋਰ ਹੈ। ਪੰਜਾਬ ਦੇ ਵਿੱਚ ਸਡਨਲੀ ਨਵੇਂ ਫੈਕਟਰ ਦੁਬਾਰਾ ਇਮਰਜ ਹੋ ਗਏ। ਕੁਛ ਪੰਜਾਬ ਦੀ ਸਰਕਾਰ ਕਾਂਗਰਸ ਦੀ ਐਂਟੀ ਇਨਕੰਬੈਂਸੀ ਬੜੀ ਸਟਰੋਂਗ ਫੇਸ ਕਰ ਰਹੀ ਸੀ। ਨਾਨ ਗਵਰਨੈਂਸ ਦਾ ਚਾਰਜ ਕੋਈ ਬਾਹਰੋਂ ਨਹੀਂ ਲੱਗਦਾ, ਉਹਨਾਂ ਦੇ ਆਪਣੇ ਕਾਂਗਰਸੀਆਂ ਚੋਂ ਲੱਗਦਾ ਹੈ। ਜੇ ਤੁਸੀਂ ਇਹਨਾਂ ਦੇ ਲੀਡਰਾਂ ਦੀਆਂ ਸਾਰੀਆਂ ਸਟੇਟਮੈਂਟਾਂ ਚੱਕ ਲਓ ਪਿਛਲੇ 4 ਸਾਲ ਦੀਆਂ, ਤੇ ਤੁਹਾਨੂੰ ਸਮਝ ਆਉਂਦਾ ਹੈ ਕਿ ਅਪੋਜੀਸ਼ਨ ਨਾਲੋਂ ਜੇ ਕ੍ਰਿਟਿਸਾਈਜ਼ ਇਸ ਸਰਕਾਰ ਨੂੰ ਕੀਤਾ ਕਿਸੇ ਨੇ ਜ਼ਿਆਦਾ, ਤਾਂ ਇਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਹੈਗੇ। ਸੋ ਇਸ ਸਰਕਾਰ ਦੀ ਨਾਨ ਗਵਰਨੈਂਸ ਐਂਟੀ ਇਨਕੰਬੈਂਸੀ 'ਚ ਕਨਵਰਟ ਹੋ ਸਕਦੀ ਸੀ, ਲੇਕਿਨ ਅਪੋਜੀਸ਼ਨ ਦੇ ਰੋਲ ਵਿੱਚ ਹਜੇ ਕੋਈ ਪਾਰਟੀ ਇਸ ਲੈਵਲ ਤੇ ਸਾਹਮਣੇ ਨਹੀਂ ਆ ਰਹੀ ਜਿਹੜੀ ਲੋਕਾਂ ਨੂੰ ਮੋਬਿਲਾਈਜ਼ ਕਰ ਸਕੇ। ਨੰਬਰ 2, ਪੰਜਾਬ ਵਿੱਚ ਸਡਨਲੀ ਇੱਕ ਇਸ਼ੂ ਜੋ 17 ਦੇ ਵਿੱਚ ਬਹੁਤ ਵੱਡਾ ਉੱਭਰ ਕੇ ਆਇਆ ਸੀ, ਉਹ ਦੁਬਾਰਾ ਫਿਰ ਆ ਗਿਆ। ਉਹ ਬਰਗਾੜੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ, ਜਿਹਦੇ ਤੇ ਅਕਾਲੀ ਦਲ ਸਿਰਫ 15 ਸੀਟਾਂ ਤੇ ਰਹਿ ਗਿਆ ਸੀ, ਉਹ ਦੁਬਾਰਾ ਫਿਰ ਮੇਨ ਨੈਰੇਟਿਵ 'ਚ ਆ ਗਿਆ ਹਾਈ ਕੋਰਟ ਦੇ ਵਰਡਿਕਟ ਕਰਕੇ। ਹੁਣ ਅਕਾਲੀ ਦਲ ਨੇ ਮੇਰੇ ਖਿਆਲ 'ਚ ਗਲਤੀ ਕੀਤੀ ਤੇ ਇਹ ਵਾਰ-ਵਾਰ ਉਹਨੂੰ ਹਾਈ ਕੋਰਟ ਦੇ ਵਰਡਿਕਟ ਨੂੰ ਵੈਲਕਮ ਕਰ ਰਹੇ, ਸੈਲੀਬ੍ਰੇਟ ਕਰ ਰਹੇ ਉਸ ਚੀਜ਼। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਸ਼ੂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਤੇ ਵੈਲਕਮ ਕਿਹੜੀ ਗੱਲ ਨੂੰ ਕਰ ਰਹੇ? ਇਹਨਾਂ ਦੇ ਵੇਲੇ ਸਾਰਾ ਕੁਝ ਹੋਇਆ। ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਸ਼ੁਰੂ ਤੋਂ ਹੀ ਪ੍ਰੈਸ ਕਰਦੇ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹ ਇੱਕ ਸਟੇਜ ਤੇ ਨਾਨ ਗਵਰਨੈਂਸ ਨੂੰ ਇਨਕੈਸ਼ ਕਰ ਸਕਦੇ ਸੀ, ਲੇਕਿਨ ਹੁਣ ਜਿਹੜੀ ਸਿਚੁਏਸ਼ਨ ਇਹਨਾਂ ਨੇ ਖੁਦ ਹੀ ਕ੍ਰੀਏਟ ਕਰ ਲਈ, ਇਸ ਵੈਲਕਮ ਕਰਕੇ ਕੀਤੀ ਹੈ, ਤੇ ਉਹਦੇ 'ਚ ਮੈਨੂੰ ਕੋਈ ਬਹੁਤੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਸੋ ਪੰਜਾਬ ਦੀ ਸਿਚੁਏਸ਼ਨ ਵੱਖਰੀ ਹੈ। ਇਸ ਵੇਲੇ ਕੋਈ ਕਮੈਂਟ ਕਰਨਾ ਮੈਂ ਹਜੇ ਜਾਇਜ਼ ਨਹੀਂ ਸਮਝੂਗਾ। ਬਿਲਕੁਲ, ਪੰਜਾਬ ਦੀ ਸਿਚੁਏਸ਼ਨ ਜ਼ਰੂਰ ਹਾਲਾਂਕਿ ਵੱਖਰੀ ਹੈਗੀ ਆ। ਔਰ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਸੀ ਪਿਛਲੇ 4 ਸਾਲਾਂ ਦੇ ਵਿੱਚ ਜੋ ਕੰਮ ਵਿਰੋਧੀਆਂ ਨੇ ਨਹੀਂ ਕੀਤਾ, ਉਹ ਪਾਰਟੀ ਦੇ ਵਿੱਚ ਉਹਨਾਂ ਦੇ ਲੀਡਰਾਂ ਨੇ ਕੀਤਾ ਹੈਗਾ। ਪ੍ਰਤਾਪ ਬਾਜਵਾ ਹੋਣ, ਸ਼ਮਸ਼ੇਰ ਦੁੱਲੋ ਹੋਣ, ਨਵਜੋਤ ਸਿੰਘ ਸਿੱਧੂ, ਹਾਲਾਂਕਿ ਹੁਣ ਤਾਂ ਆ ਕੇ ਉਹ ਬਿਲਕੁਲ ਹੀ ਆਰ-ਪਾਰ ਦੀ ਲੜਾਈ ਦੇ ਉੱਤੇ ਉਤਰੇ ਹੋਏ ਨੇ। ਫਿਰ ਪ੍ਰਗਟ ਸਿੰਘ ਹੋਣ, ਹੋਰ ਵੀ ਕਈ ਵਿਧਾਇਕ ਤੇ ਮੰਤਰੀ ਜਿਹੜੇ ਹੈਗੇ ਨੇ ਉਹ ਲਗਾਤਾਰ ਆਪਣੀ ਸਰਕਾਰ ਦੇ ਕਾਰਜਕਾਲ ਦੇ ਉੱਤੇ ਹੀ ਜਿਹੜਾ ਹੈਗਾ ਉਹ ਸਵਾਲ ਖੜੇ ਕਰਦੇ ਹੋਏ ਨਜ਼ਰ ਆਏ ਹੈਗੇ ਨੇ। ਔਰ ਇਹਨਾਂ ਦੇ ਵਿਚਕਾਰ ਜਦੋਂ ਇਹੋ ਜਿਹਾ ਪੋਲੀਟੀਕਲ ਡੈਂਟ ਇਨਸਾਈਡ ਪਾਰਟੀ ਵੱਜ ਰਿਹਾ ਹੋਵੇ, ਔਰ ਫਿਰ ਉਸ ਵਿਅਕਤੀ ਦੇ ਉੱਤੇ ਨਜ਼ਰਾਂ ਜਿਹੜੀਆਂ ਹੈਗੀਆਂ ਨੇ ਉਹ ਟਿਕਾਈ ਬੈਠੇ ਕੈਪਟਨ ਅਮਰਿੰਦਰ ਸਿੰਘ ਹੋਣ, ਪ੍ਰਸ਼ਾਂਤ ਕਿਸ਼ੋਰ ਦੇ ਉੱਤੇ, ਕਿ ਉਹ ਆ ਕੇ ਕੋਈ ਜਾਦੂ ਦੀ ਛੜੀ ਜਿਹੜੀ ਹੈਗੀ ਆ ਉਹ ਇਹੋ ਜਿਹੀ ਘੁਮਾਉਣਗੇ ਕਿ 2022 ਦੇ ਵਿੱਚ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸੁਖਾਵੀਆਂ ਹੋ ਜਾਣਗੀਆਂ। ਪਰ ਜਗਤਾਰ ਜੀ, ਫਿਰ ਲੱਗਦਾ ਤਾਂ ਹੈ ਨਹੀਂ ਕਿ ਪੰਜਾਬ ਵਾਸਤੇ, ਕੈਪਟਨ ਅਮਰਿੰਦਰ ਸਿੰਘ ਵਾਸਤੇ ਪੰਜਾਬ 2022 ਹੁਣ ਕੋਈ ਬਹੁਤਾ ਸੁਖਾਵਾਂ ਰਿਹਾ ਹੈਗਾ। ਨਹੀਂ, ਮੈਂ ਇੱਕ ਫੈਕਟਰ ਹੋਰ ਲੈ ਕੇ ਆਊਂਗਾ ਵਿੱਚ। ਪਿਛਲੀ ਇਲੈਕਸ਼ਨ ਦੇ ਵਿੱਚ ਇਹ ਬਹੁਤ ਬਾਅਦ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਰਸਨਲ ਲੈਵਲ ਤੇ ਅਮਿਤ ਸ਼ਾਹ ਹੋਰਾਂ ਨਾਲ ਅੰਡਰਸਟੈਂਡਿੰਗ ਬਣ ਗਈ ਸੀ ਇਲੈਕਸ਼ਨ ਤੋਂ ਪਹਿਲਾਂ। ਬਿਲਕੁਲ, ਉਸ ਪ੍ਰੋਸੈਸ ਦੇ ਵਿੱਚ RSS ਨੇ ਇੱਕ
ਪ੍ਰੋ ਕਾਂਗਰਸ ਰੋਲ ਪਲੇ ਕੀਤਾ ਸੀ। ਮੈਂ ਆਪਣੀ ਕਿਤਾਬ 'ਚ ਇਹਦੀ ਡਿਟੇਲ ਦਿੱਤੀ ਹੋਈ ਹੈ, ਜਿਹੜੀ ਮੇਰੀ ਲੇਟੈਸਟ ਕਿਤਾਬ ਹੈ ਉਹਦੇ ਵਿੱਚ ਇਹਦੀ ਡਿਟੇਲ ਹੈ, ਸੋ ਮੈਂ ਰਿਕਾਰਡ ਤੇ ਹੈ। ਲੇਕਿਨ ਹੁਣ ਉਹ ਸਿਚੁਏਸ਼ਨ ਨਹੀਂ ਬਣਨੀ, ਉਹ ਇਹਨਾਂ ਨੇ ਫਰੰਟ ਬਣਾਇਆ ਸੀ ਵਰਚੁਅਲੀ ਆਪ ਨੂੰ ਕਾਊਂਟਰ ਕਰਨਾ ਤੇ, ਕਿਉਂਕਿ ਉਸ ਵੇਲੇ ਆਪ ਦਾ ਭਾਰ ਬਹੁਤ ਸੀ। ਬਿਲਕੁਲ ਹੁਣ ਆਪ ਉਸ ਸਿਚੁਏਸ਼ਨ ਦੇ ਵਿੱਚ ਹਾਲੇ ਤੱਕ ਨਹੀਂ ਆਈ, ਲੇਕਿਨ ਕਾਂਗਰਸ ਸਰਕਾਰ ਦੀ ਐਂਟੀ ਇਨਕੰਬੈਂਸੀ ਹੈ ਔਰ ਅਕਾਲੀ ਦਲ ਦੀ ਆਪਣੀ ਐਂਟੀ ਇਨਕੰਬੈਂਸੀ ਕਿਸੇ ਹੋਰ ਲੈਵਲ ਤੇ ਹੈ। ਸੋ ਬੜੀ ਅਜੀਬ ਜੀ ਸਿਚੁਏਸ਼ਨ ਹੈ। ਤਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਮੈਂ ਕਮੈਂਟ ਅਜੇ ਨਹੀਂ ਕਰਨਾ ਚਾਹੂੰਗਾ, ਹਾਲੇ ਸਿਚੁਏਸ਼ਨ ਪੰਜਾਬ ਦੀ ਕਲੀਅਰ ਹੋਏਗੀ। ਪ੍ਰਸ਼ਾਂਤ ਕਿਸ਼ੋਰ ਦਾ ਰੋਲ ਕੀ ਹੋਏਗਾ, ਉਹ ਬਾਹਰ ਰਹਿ ਕੇ ਵੀ ਰੋਲ ਪਲੇ ਕਰ ਸਕਦਾ ਜੇ ਉਹਨਾਂ ਦੀ ਕੰਪਨੀ ਵਿੱਚ ਹੋਵੇ ਤਾਂ। ਤੇ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕੱਲ ਕਿਹਾ ਸੀਗਾ ਕਿ ਮੇਰੀ ਕੰਪਨੀ ਕਾਇਮ ਹੈਗੀ ਹੈ ਤੇ ਮੈਂ ਪਾਸੇ ਹੋ ਰਿਹਾ, ਤੇ ਮੇਰੇ ਖਿਆਲ ਦੇ ਵਿੱਚ ਬਾਹਰ ਰਹਿ ਕੇ ਵੀ ਕੰਮ ਕੀਤਾ ਜਾ ਸਕਦਾ ਹੈ। ਯਾਨੀ ਕਿ ਹੁਣ ਸਿੱਧਾ ਉਹ ਓਪਨਲੀ ਮੈਨੂੰ ਲੱਗਦਾ ਕਿ ਨਹੀਂ ਨਜ਼ਰ ਆਉਣਗੇ ਰਣਨੀਤੀਆਂ ਘੜਦੇ ਹੋਏ, ਆਪਣੀ ਕੰਪਨੀ ਦੇ ਥਰੂ ਪਿਛਲੇ ਪਾਸੇ ਹੋ ਕੇ ਜਾਂ ਬੈਕ ਸਟੈਪ ਹੋ ਕੇ ਬੈਕ ਸਟੇਜ ਤੋਂ ਜਿਹੜਾ ਹੈਗਾ ਉਹ ਕੰਮ ਕਰਦੇ ਹੋਏ ਨਜ਼ਰ ਆਉਣਗੇ। ਨਹੀਂ, ਇੱਕ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ, ਲੇਕਿਨ ਜਿਹੜਾ ਪੰਜਾਬ ਦੀ ਇਲੈਕਸ਼ਨ ਹੈ ਇਹਦੇ ਡਾਇਨਾਮਿਕਸ ਹੋਰ ਤਰ੍ਹਾਂ ਦੀ ਹੈ ਇਸ ਵੇਲੇ, ਤੇ ਇਹ ਹੋਰ ਤਰੀਕੇ ਨਾਲ ਲੜੀ ਜਾਏਗੀ। ਇਹਦੇ 'ਚ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਸਟ੍ਰੈਟੇਜਿਸਟ ਹੈਗੇ ਆ ਜਾਂ ਇਹਨਾਂ ਦੀ ਕੰਪਨੀਆਂ ਕੀ ਰੋਲ ਪਲੇ ਕਰਨਗੇ, ਉਹ ਗੱਲ ਦੇਖਣ ਵਾਲੀ ਗੱਲ ਹੈ। ਜਿੱਦਾਂ ਜੀ ਜਿਵੇਂ ਆਪਾਂ ਸ਼ੁਰੂਆਤ ਬੰਗਾਲ ਦੀ ਕੀਤੀ ਸੀਗੀ, ਬੰਗਾਲ ਚੋਣਾਂ ਦੀ ਕੀਤੀ ਸੀਗੀ, ਕਿਉਂਕਿ ਖੇਤਰੀ ਪਾਰਟੀ ਉਹ ਵੀ ਹੈਗੀ ਹੈ, ਉਹਨਾਂ ਨੇ ਇੱਕ ਤਕੜੀ ਫਾਈਟ ਜਿਹੜੀ ਹੈਗੀ ਆ ਉਹ ਭਾਜਪਾ ਨੂੰ ਦਿੱਤੀ ਹੈ। ਔਰ ਜਿਸ ਤਰੀਕੇ ਦੇ ਨਾਲ ਮਮਤਾ ਬੈਨਰਜੀ ਦੀ ਆਪਣੀ ਸੀਟ ਜਿਹੜੀ ਹੈਗੀ ਆ ਉਹ ਨੰਦੀਗ੍ਰਾਮ ਜਿਹੜੀ ਉਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲ ਗਈ। ਹਾਲਾਂਕਿ ਇਹ ਵੀ ਵੱਡਾ ਚੈਲੰਜ ਸੀਗਾ ਕਿ ਉਹਨਾਂ ਨੇ ਉਹ ਕਿਸੇ ਹੋਰ ਸੀਟ ਤੋਂ ਵੀ ਲੜ ਸਕਦੇ ਸੀਗੇ, ਪਰ ਉਹਨਾਂ ਨੇ ਸੀਟ ਵੀ ਇਹੀ ਐਕਸੈਪਟ ਕੀਤੀ ਜਿੱਥੋਂ ਦੀ ਉਹਨਾਂ ਦੇ ਹੀ ਪਾਰਟੀ ਦੇ ਵਿੱਚ ਰਹਿ ਚੁੱਕੇ ਸੁਵੇਂਦੂ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਧੋਖਾ ਦੇ ਗਏ ਸੀਗੇ। ਪਰ ਮਾਰਜਨ ਉਹ ਵੀ ਸੀਟ ਦੇ ਉੱਤੇ ਕਾਫੀ ਘੱਟ ਰਿਹਾ, ਤਾਂ ਉਸ ਸੀਟ ਤੋਂ ਹਾਰ ਹੋਈ ਹੈਗੀ ਹੈ। ਤੁਹਾਡਾ ਟਵੀਟ ਵੀ ਮੈਂ ਪੜ੍ਹ ਰਿਹਾ ਸੀਗਾ, ਇੱਕ ਇਹ ਵੀ ਹੁਣ ਦਰਸ਼ਕਾਂ ਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਲੋਕੀ ਬਹੁਤ ਸਾਰੇ ਜਿਨ੍ਹਾਂ ਨੂੰ ਇਹ ਤਕਨੀਕੀ ਪਹਿਲੋਂ ਨਹੀਂ ਪਤਾ ਹੁੰਦੇ ਕਿ ਐਮਐਲਸੀ ਦੇ ਜੇਕਰ ਤੁਸੀਂ ਮੈਂਬਰ ਬਣ ਜਾਂਦੇ ਹੋ 6 ਮਹੀਨੇ ਜੇਕਰ ਤੁਸੀਂ ਬਾਹਰ ਹੁੰਦੇ ਹੋ ਤਾਂ ਤੁਸੀਂ ਸੀਐਮ ਬਣ ਸਕਦੇ ਹੈਗੇ ਹੋ। ਤਾਂ ਕੀ ਵਿਕਲਪ ਜਿਹੜਾ ਹੈਗਾ ਉਹ ਮਮਤਾ ਬੈਨਰਜੀ ਦੇ ਕੋਲ ਹੋਊਗਾ ਸੀਐਮ ਬਣਨ ਦਾ? ਕਿਉਂਕਿ ਅੱਜ ਸ਼ਾਮੀ 7 ਵਜੇ ਉਹ ਰਾਜਪਾਲ ਦੇ ਨਾਲ ਵੀ ਮੁਲਾਕਾਤ ਕਰ ਰਹੇ ਨੇ, ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਹੁਣ ਪੇਸ਼ ਕੀਤਾ ਜਾਣਾ ਹੈਗਾ। ਤਾਂ ਮਮਤਾ ਬੈਨਰਜੀ ਕਿਸ ਬਿਹਾਵ ਦੇ ਉੱਤੇ ਔਰ ਕਿਸ ਰਾਹ ਦੇ ਜ਼ਰੀਏ ਜਿਹੜਾ ਹੈਗਾ ਉਹ ਸੀਐਮ ਬਣਨਗੇ? ਬਾਈਪੋਲ ਵੀ ਇੱਕ ਆਪਸ਼ਨ ਹੈਗੀ ਹੈ, ਖਰਦਰਾ ਸੀਟ ਜਿਹੜੀ ਹੈਗੀ ਉਹ ਖਾਲੀ ਪਈ ਹੋਈ ਹੈ ਜਿੱਥੇ ਕੋਵਿਡ ਕਰਕੇ ਇੱਕ ਕੈਂਡੀਡੇਟ ਦੀ ਮੌਤ ਹੋ ਗਈ ਸੀਗੀ। ਨਹੀਂ, ਇਹ ਕੰਸਟੀਟਿਊਸ਼ਨ ਬੜਾ ਸਪਸ਼ਟ ਹੈ ਇਸ ਇਸ਼ੂ ਤੇ ਆ ਕੇ, ਕੋਈ ਕਨਫਿਊਜ਼ਨ ਨਹੀਂ ਹੈ। ਜਿਸ ਲੀਡਰ ਨੂੰ ਪਾਰਟੀ ਇਲੈਕਟ ਕਰਦੀ ਹੈ ਐਜ਼ ਸੀਐਮ, ਉਹ ਸਹੁੰ ਚੱਕ ਸਕਦਾ ਹੈ, ਉਹਦੇ ਸਹੁੰ ਚੱਕਣ 'ਚ ਕੋਈ ਰੁਕਾਵਟ ਨਹੀਂ। ਲੇਕਿਨ 6 ਮਹੀਨੇ ਦੇ ਵਿੱਚ ਉਸ ਲੀਡਰ ਨੂੰ ਇਲੈਕਸ਼ਨ ਲੜ ਕੇ ਆਪਣੀ ਸੀਟ ਜਿੱਤਣੀ ਪੈਂਦੀ ਹੈ। ਸੋ ਸਹੁੰ ਚੱਕ ਲੈਣਗੇ ਤੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਦੇ ਵਿੱਚ ਕਿਤੋਂ ਵੀ ਲੜ ਕੇ ਜਾਂ ਸੀਟ ਖਾਲੀ ਕਰਵਾ ਲੈਣਗੇ, ਕੋਈ ਗੱਲ ਨਹੀਂ। ਇਹ ਤਾਂ ਬੜੀ ਛੋਟੀ ਜਿਹੀ ਗੱਲ ਹੁੰਦੀ ਹੈ ਲੀਡਰ ਵਾਸਤੇ, ਕੋਈ ਵੀ ਐਮਐਲਏ ਸੀਟ ਖਾਲੀ ਕਰ ਦੇਗਾ ਜੇ ਸੀਟ ਖਾਲੀ ਨਾ ਵੀ ਹੋਵੇ ਤਾਂ। ਸੋ ਇਸ ਕਰਕੇ ਉਹ ਕੋਈ ਦਿੱਕਤ ਨਹੀਂ ਹੈ, ਉਹ ਰਸਤਾ ਬੜਾ ਕਲੀਅਰ ਹੈ ਤੇ ਲਾਅ ਵੀ ਬੜਾ ਕਲੀਅਰ ਹੈ, ਉਹ ਆਪਣੇ ਬੜੇ ਆਰਾਮ ਨਾਲ ਸਹੁੰ ਚੱਕ ਸਕਦੇ, ਕੋਈ ਉਹਦੇ 'ਚ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ ਹੁਣ ਜਿਸ ਤਰੀਕੇ ਨਾਲ ਵੱਖੋ-ਵੱਖ ਜਿਹੜੀ ਖੇਤਰੀ ਪਾਰਟੀਆਂ ਹੈਗੀਆਂ ਨੇ ਉਹ ਵੀ ਵਧਾਈਆਂ ਮਮਤਾ ਬੈਨਰਜੀ ਨੂੰ ਦਿੰਦੇ ਹੋਏ ਨਜ਼ਰ ਆ ਰਹੀਆਂ ਹੈਗੀਆਂ ਨੇ। ਹਾਲਾਂਕਿ ਮੁੱਖ ਮੰਤਰੀ ਨੇ ਵੀ ਮੈਨੂੰ ਲੱਗਦਾ ਕਿ ਭਰੇ ਮਨ ਦੇ ਨਾਲ ਹੀ ਵਧਾਈ ਜਿਹੜੀ ਹੈਗੀ ਆ ਉਹ ਮਮਤਾ ਬੈਨਰਜੀ ਨੂੰ ਦਿੱਤੀ ਹੋਣੀ ਹੈ। ਆਖਿਰ ਦੇ ਵਿੱਚ ਫਿਰ ਇੱਕ ਵਾਰ ਉਹੀ ਚੀਜ਼ ਜਿਹੜੀ ਹੈਗੀ ਹੈ ਜ਼ਰੂਰ ਆਪਾਂ ਚਰਚਾ ਕਰਨਾ ਚਾਹਾਂਗੇ, 2022 ਔਰ 2024 ਇਸ ਬੰਗਾਲ ਦੀ ਇਲੈਕਸ਼ਨ ਦੇ ਬਾਅਦ ਕੀ ਜਿਹੜੀ ਹੈਗੀ ਆ ਉਹ ਸਥਿਤੀ ਹੋਣੀ ਚਾਹੀਦੀ ਹੈਗੀ ਔਰ ਬਾਕੀ ਪਾਰਟੀਆਂ ਨੂੰ ਇਸ ਤੋਂ ਕੀ ਜਿਹੜਾ ਹੈਗਾ ਸਬਕ ਸਿੱਖਣਾ ਚਾਹੀਦਾ ਹੈ? ਬੜਾ ਸਿੰਪਲ ਜਿਹਾ ਸਬਕ ਹੈ। ਦੇਖੋ, ਮਮਤਾ ਬੈਨਰਜੀ ਗ੍ਰਾਸ ਰੂਟ ਲੀਡਰ ਹੈ ਜਿਹਨੂੰ ਸਟਰੀਟ ਫਾਈਟਰ ਕਿਹਾ ਜਾਂਦਾ ਹੈ। ਹੁਣ ਜਿਹੜਾ ਉਹਦਾ ਲਾਈਫ ਸਟਾਈਲ ਹੈ, ਤੁਸੀਂ ਪੰਜਾਬ ਦੇ ਲੀਡਰ ਨਾਲ ਲਾਈਫ ਸਟਾਈਲ ਕੰਪੇਅਰ ਕਰੋ, ਭਾਵੇਂ ਵਿਮਨ ਨਾਲ ਕਰ ਲਓ, ਉਹ ਤਾਂ ਸਾਦੀ 450 ਰੁਪਏ ਦੀ ਪਾਉਂਦੀ ਤੇ ਪੈਰ ਟੁੱਟੀ ਚੱਪਲ ਪਾਈ ਹੁੰਦੀ ਹੈ ਤੇ ਸੜਕਾਂ 'ਤੇ ਤੁਰ ਪੈਂਦੀ। ਸਾਡੇ ਤਾਂ ਜਿਹੜੇ ਟੁੱਟੇ ਜਿਹੇ ਲੀਡਰ ਵੀ ਹੈਗੇ ਉਹਨਾਂ ਦੇ ਨਾਲ 10-10 ਬੰਦੇ ਪੁਲਿਸ ਦੇ ਤੁਰੇ ਫਿਰਦੇ ਹੁੰਦੇ ਆ। ਇੱਥੇ ਫਰਕ ਹੈ ਜਿਹੜਾ ਸਾਡਾ ਲਾਈਫ ਸਟਾਈਲ ਹੈ। ਸਾਡੇ ਤਾਂ ਖਬਰਾਂ ਲੱਗਦੀਆਂ ਜੀ ਸਾਡੇ ਫਲਾਨੀ ਲੀਡਰ ਕੋਲੇ ਇੰਨੇ ਕਿਲੋ ਗਹਿਣੇ ਹੈ, ਉੱਥੇ ਕਦੇ ਇਹੋ ਜਿਹੀ ਗੱਲ ਖਬਰ ਸੁਣੀ ਹੈ ਤੁਸੀਂ ਕਦੇ ਵੈਸਟ ਬੰਗਾਲ ਦੇ ਵਿੱਚ? ਉਮੀਦਵਾਰਾਂ ਦੇ ਵਿੱਚ ਉੱਥੇ ਉਹਨਾਂ ਦੀ ਉੱਥੇ ਉਹਨਾਂ ਦੀ ਪੋਲਿਟਿਕਸ ਦੀ ਗੱਲ ਹੁੰਦੀ ਹੈ ਕਿ ਉਹ ਕੀ ਲਾਈਫ ਹੈ। ਉਹ ਤਾਂ ਆਪਣਾ ਘਰ ਨਹੀਂ ਛੱਡਿਆ ਪੁਰਾਣਾ ਜੱਦੀ। ਪਿੱਛੇ ਜਿਹੇ ਖਬਰ ਛਪੀ ਸੀ ਜਰਮਨੀ ਚਾਂਸਲਰ ਦੀ ਮਰਕਲ ਦੀ,
18 ਸਾਲ ਹੋ ਗਏ ਪਾਵਰ ਦੇ ਵਿੱਚ, ਆਪਣੇ ਐਡੇ ਵੱਡੇ ਯੂਰਪੀਅਨ ਮੁਲਕ ਨੂੰ ਲੀਡ ਕਰ ਰਹੀ ਹੈ। ਉਹ ਕਹਿੰਦੀ, ਮੈਨੂੰ ਇੱਕ ਦਿਨ ਜਰਨਲਿਸਟਾਂ ਨੇ ਪੁੱਛਿਆ ਵੀ ਤੁਹਾਡੇ ਕੱਪੜੇ ਆਲਮੋਸਟ ਉਹੀ ਹੁੰਦੇ ਆ। ਉਹ ਕਹਿੰਦੀ ਮੇਰੇ ਕੋਲ ਤਾਂ ਹੈ ਹੀ ਇਹੀ। ਥੋੜਾ ਇਹ ਲਾਈਫ ਸਟਾਈਲ ਹੈ ਨਾ, ਇਹ ਸਾਦਗੀ ਦਾ, ਇਹ ਲੋਕਾਂ ਦੀ ਸੇਵਾ ਕਰਨ ਦਾ ਹੁੰਦਾ। ਸਾਡੇ ਜਿਹੜੇ ਲੀਡਰ ਇਸ ਵੇਲੇ ਫਰੰਟ ਲਾਈਨ ਤੇ ਹੈਗੇ ਹੈ, ਉਹਨਾਂ 'ਚ ਇਹ ਸਾਦਗੀ ਇਸ ਵੇਲੇ ਮਿਸਿੰਗ ਹੈ। ਸੋ ਇਹ ਲਰਨ ਕਰਨ ਦੀ ਲੋੜ ਹੈ ਕਿ ਲੋਕਾਂ ਦੇ ਵਿੱਚ ਜਾਣਾ ਹੈ ਤਾਂ ਕਿਸ ਢੰਗ ਨਾਲ ਜਾਣਾ ਹੈ। ਪੱਲਾ ਪਾ ਕੇ ਤੁਰ ਪਾਓ। ਜਿਹੜਾ ਲੀਡਰ ਤੁਰ ਪਏਗਾ ਅੱਜ ਪੰਜਾਬ ਦੇ ਵਿੱਚ ਬਿਨਾਂ ਪੁਲਿਸ ਦੀ ਮਦਦ ਨਾਲ, ਬਿਨਾਂ ਕੋਈ ਸਕਾਟ ਲਏ, ਹੱਥ ਜੋੜ ਕੇ ਤੁਰ ਪਏਗਾ, ਉਹ ਸ਼ਾਇਦ ਲੋਕਾਂ ਨੂੰ ਮੋਬਿਲਾਈਜ਼ ਕਰਨ ਦੇ ਵਿੱਚ ਕਾਮਯਾਬ ਹੋ ਜਾਵੇ ਤੇ ਨਾਲ ਪ੍ਰੋ ਪੀਪਲ ਏਜੰਡਾ ਲੈ ਕੇ ਚੱਲੇ। ਹਾਲਾਂਕਿ ਸਕਾਟ ਲੈ ਕੇ ਨਹੀਂ ਪੁਲਿਸ ਦੀ ਜੀ। ਹਾਲਾਂਕਿ ਇਸੀ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਸੀਗੀ, ਪ੍ਰਚਾਰ ਕਰਦੀ ਹੁੰਦੀ ਸੀਗੀ ਕਿ ਅਸੀਂ ਇੱਕ ਆਮ ਆਦਮੀ ਵਾਂਗੂ ਹੀ ਰਵਾਂਗੇ। ਤਾਂ ਹੁਣ ਐਸਕॉर्ट ਉਹਨਾਂ ਸਭ ਨੇ ਲੈ ਲਿੱਤੀ ਹੈਗੀ ਹੈ। ਕਹਿੰਦੇ ਸੀ ਅਸੀਂ ਗੱਡੀਆਂ ਤੱਕ ਨਹੀਂ ਲਵਾਂਗੇ, ਗੱਡੀਆਂ ਉਹਨਾਂ ਸਭ ਨੇ ਲੈ ਲਿੱਤੀਆਂ ਹੈਗੀਆਂ ਨੇ। ਤਾਂ ਕੋਸ਼ਿਸ਼ ਜ਼ਰੂਰ ਉਹਨਾਂ ਦੇ ਵੱਲੋਂ ਇਹ ਕ੍ਰੀਏਟ ਕਰਨ ਦੀ ਕੀਤੀ ਗਈ ਸੀਗੀ, ਲੋਕਾਂ ਦੇ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਸੀਂ ਤੁਹਾਡੇ ਵਾਂਗੂ ਹੀ ਹੈਗੇ ਆ, ਆਮ ਆਦਮੀ ਹੈਗੇ ਆ, ਪਰ ਉਸ ਦੇ ਉੱਤੇ ਕਾਇਮ ਜਿਹੜੇ ਹੈਗੇ ਉਹ ਨਹੀਂ ਨਜ਼ਰ ਆਏ। ਨਹੀਂ, ਪੰਜਾਬ ਦੇ ਵਿੱਚ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਬੰਦਾ ਜਿਸ ਦਿਨ ਜਿੱਤ ਜਾਂਦਾ ਇਲੈਕਸ਼ਨ, ਉਹਦਾ ਸਾਰਾ ਐਟੀਟਿਊਡ ਹੀ ਬਦਲ ਜਾਂਦਾ। ਲੋਕਾਂ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ, ਵਿਚਾਲੇ ਪੁਲਿਸ ਖੜੀ ਕਰ ਲੈਂਦਾ ਆਮ ਲੋਕਾਂ ਤੇ ਆਪਣੇ ਦੇ ਵਿੱਚ। ਜਿਹੜਾ ਇਹ ਕਲਚਰ ਹੈ, ਇਹ ਪੰਜਾਬ ਦੀ ਖਤਮ ਹੋਣੀ ਚਾਹੀਦੀ ਹੈ ਤੇ ਇਹਨੂੰ ਲੋਕ ਹੀ ਖਤਮ ਕਰ ਸਕਦੇ ਆ। ਲੋਕ ਫੈਸਲਾ ਕਰ ਲੈਣ ਵੀ ਜਿਹੜਾ ਲੀਡਰ ਪੁਲਿਸ ਲੈ ਕੇ ਸਾਡੇ ਪਿੰਡ ਦੇ ਵਿੱਚ ਆਏਗਾ ਅਸੀਂ ਵੜਨੇ ਨਹੀਂ ਦੇਣਾ। ਇਹ ਕਾਲਦਾੜੀ ਸ਼ੁਰੂ ਕਰਨ, ਇਹ ਲੋਕ ਸਿੱਧੇ ਹੋ ਜਾਣਗੇ। ਔਰ ਜਗਤਾਰ ਜੀ, ਜਿਵੇਂ ਪੂਰੀ ਇਹ ਇਲੈਕਸ਼ਨ ਪ੍ਰੋਸੈਸ ਹੋਈ ਹੈਗੀ ਹੈ, ਇਲੈਕਸ਼ਨ ਕਮਿਸ਼ਨ ਦੇ ਉੱਤੇ ਜਿਹੜੇ ਸਵਾਲ ਖੜੇ ਹੋਏ, TMC ਹੋਵੇ, ਉਹਨੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਸਵਾਲ ਖੜੇ ਕੀਤੇ ਹੈਗੇ ਨੇ, ਕਿਵੇਂ ਦੇਖਦੇ ਹੈਗੇ ਹੋ? ਔਰ ਪ੍ਰਸ਼ਾਂਤ ਕਿਸ਼ੋਰ ਦੀ ਵੀ ਇਹ ਸਟੇਟਮੈਂਟ ਹੈਗੀ ਹੈ ਕਿ ਇਸ ਪੂਰੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਭਾਜਪਾ ਦਾ ਏਜੰਟ ਹੋਣ ਦਾ ਜਿਹੜਾ ਹੈਗਾ ਉਹ ਰੋਲ ਨਿਭਾ ਕੀਤਾ ਹੈਗਾ। ਨਹੀਂ, ਇਸ ਵੇਲੇ ਸਾਰੇ ਹੀ ਇੰਡੀਅਨ ਸਟੇਟ ਦੇ ਇੰਸਟੀਟਿਊਸ਼ਨ ਵਨ ਆਫਟਰ ਦੀ ਅਦਰ ਡੀਜਨਰੇਟ ਹੋਏ ਹੈ ਕਿ ਉਹ ਇੰਸਟਰੂਮੈਂਟ ਬਣ ਚੁੱਕੇ ਹੈ ਇੱਕ ਆਈਡੀਓਲੋਜੀ ਦੇ। ਮੈਂ ਕਿਸੇ ਪਰਸਨ ਦੀ ਗੱਲ ਨਹੀਂ ਕਰਦਾ, ਉਹ ਆਈਡੀਓਲੋਜੀ ਉਹਨਾਂ ਨੂੰ ਡੋਮੀਨੇਟ ਕਰ ਰਹੀ ਹੈ ਲਗਾਤਾਰ। ਇਹ ਕਦੇ ਮੈਂ ਸੋਚ ਨਹੀਂ ਸਕਦਾ ਹੈਬੀਅਸ ਕਾਰਪਸ ਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ 2-2 ਮਹੀਨੇ ਪਈ ਰਵੇ ਜੀ। ਮੈਂ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਬਹੁਤ ਕਮੈਂਟ ਹੋ ਚੁੱਕੀ ਹੈ। ਸੋ ਇਹ ਡੀਡ ਜਨਰੇਸ਼ਨ ਹਰ ਲੈਵਲ ਤੇ ਆਈ ਹੋਈ ਹੈ, ਉਹ ਤਾਂ ਹੀ ਖਤਮ ਹੋਏਗੀ ਕਿ ਜੇ ਸਿਸਟਮ ਦੇ ਵਿੱਚ ਤਬਦੀਲੀ ਪੂਰੀ ਤਰ੍ਹਾਂ ਲਿਆਂਦੀ ਜਾਵੇ। ਆਪਾਂ ਉਹਨਾਂ ਦੀ ਕਿਉਂ ਗੱਲ ਕਰਦੇ ਹਾਂ? ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਸਿੱਖ ਇੰਸਟੀਟਿਊਸ਼ਨ ਕਿਵੇਂ ਵਨ ਆਫਟਰ ਦੀ ਅਦਰ ਖਤਮ ਹੋਏ ਪਿਛਲੇ 15-20 ਸਾਲ ਦੇ ਵਿੱਚ। ਉਹੀ ਚੀਜ਼ ਨੈਸ਼ਨਲ ਲੈਵਲ ਤੇ BJP ਦੇ ਸੰਦਰਭ ਦੇ ਵਿੱਚ ਦਿੱਲੀ ਵਿੱਚ ਤੇ ਹੋਰ ਥਾਵਾਂ ਤੇ ਹੋ ਰਹੀ ਹੈ। ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਜੀ। ਥੈਂਕ ਯੂ। ਥੈਂਕ ਯੂ। ਤਾਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ ਸਾਡੇ ਨਾਲ ਜੁੜੇ ਸੀਗੇ। ਗੱਲਬਾਤ ਹੋ ਰਹੀ ਸੀਗੀ ਬੰਗਾਲ ਚੋਣਾਂ ਦੀ, ਕਿਉਂਕਿ ਬੰਗਾਲ ਦੇ ਵਿੱਚ ਜਿਹੜੀ ਜਿੱਤ ਹਾਸਲ ਹੋਈ ਹੈ ਉਸ ਤੋਂ ਬਾਅਦ ਪੰਜਾਬੀ ਕਿਉਂ ਖੁਸ਼ ਹੈਗੇ ਨੇ, ਪੰਜਾਬੀ ਜਸ਼ਨ ਕਿਉਂ ਮਨਾ ਰਹੇ ਨੇ, ਔਰ ਪੰਜਾਬ ਦੇ ਉੱਤੇ ਕਿੰਨਾ ਕੁ ਅਸਰ ਇਸ ਦਾ ਪੈਂਦਾ ਹੈਗਾ ਕਿਸਾਨੀ ਅੰਦੋਲਨ ਦਾ। ਹੁਣ ਇਸ ਤੋਂ ਬਾਅਦ ਕੀ ਰੂਪਰੇਖਾ ਉਸਦੀ ਹੋਵੇਗੀ, ਉਸ ਦੇ ਵਿੱਚ ਕੀ ਸਰਕਾਰ ਗੱਲਬਾਤ ਕਿਸਾਨਾਂ ਦੇ ਨਾਲ ਕਰਦੀ ਹੈ, ਇਸ ਦੇ ਉੱਤੇ ਚਰਚਾ ਹੋਈ। ਔਰ ਪੰਜਾਬ ਨੂੰ ਕੀ ਸਬਕ ਲੈਣਾ ਚਾਹੀਦਾ ਔਰ ਹੋਰ ਖੇਤਰੀ ਨੂੰ ਕੀ ਸਬਕ ਲੈਣਾ ਚਾਹੀਦਾ, ਇਸ ਦੇ ਉੱਤੇ ਗੱਲਬਾਤ ਕਰ ਰਹੇ ਸੀ। ਔਰ ਜੇਕਰ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੇ ਅੱਗੇ ਆਉਣਾ ਹੈ ਤਾਂ ਫਿਰ ਮਮਤਾ ਬੈਨਰਜੀ ਵਾਂਗੂ ਮੁੱਦਿਆਂ ਦੇ ਉੱਤੇ ਚੋਣ ਲੜਨੀ ਪੈਣੀ। ਹੁਣ ਦੇਖਣਾ ਹੋਊਗਾ ਕਿ ਕਿਹੜੀ ਪਾਰਟੀ ਇਹਨਾਂ ਮੁੱਦਿਆਂ ਦੇ ਉੱਤੇ ਚੋਣ ਲੜਦੀ ਹੈ, ਲੋਕਾਂ ਦੇ ਵਿੱਚ ਵਿਚਰਦੀ ਹੈ ਔਰ ਲੋਕਾਂ ਦੇ ਵਾਂਗ ਹੀ ਕੰਮ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।